ਜਾਂ ਉਹ ਜ਼ਿਆਦਾਤਰ ਫੋਕਸ ਰੱਖਦਾ ਕਿ ਆਪਾਂ 7 ਸਮੁੰਦਰ ਪਾਰ ਹੀ ਲੰਘ ਜਾਈਏ, ਵਿਦੇਸ਼ਾਂ 'ਚ ਚੱਲ ਜਾਈਏ, ਉੱਥੇ ਜਾ ਕੇ ਮੈਂ ਕਨੈਕਟਡ ਕੋਈ ਪ੍ਰੋਗਰਾਮ ਜੁਆਇਨ ਕਰ ਲਾਂਗਾ। ਜੀ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਜੀ ਇਸ ਸਕਿੱਲ ਬੇਸਡ ਤੇ ਮਲਟੀਪਲ ਡਿਵੈਲਪਮੈਂਟ ਆਫ ਦੀ ਚਾਈਲਡ ਦੇ ਉੱਤੇ ਫੋਕਸ ਕੀਤਾ ਗਿਆ ਹੈ। ਸਿਰਫ ਅਕੈਡਮਿਕਸ ਦੇ ਨਾਲ ਸੋਸ਼ਲ ਵਰਕ ਜਾਂ ਸਕਿਲਿੰਗ ਜਾਂ ਪ੍ਰੋਫੈਸ਼ਨਲ ਓਵਰਆਲ ਡਿਵੈਲਪਮੈਂਟ ਤੇ ਫੋਕਸ ਬਹੁਤ ਜ਼ਿਆਦਾ ਕੀਤਾ ਗਿਆ ਹੈ। ਲੋਕਲ ਲੈਂਗੁਏਜ ਨਾਲ ਬਹੁਤ ਜ਼ਿਆਦਾ ਲਿੰਕ ਕੀਤਾ ਗਿਆ ਜੀ। ਲੋਕਲ ਲੈਂਗੁਏਜ ਇਜ਼ ਮੈਂਡੇਟਰੀ ਪਾਰਟ ਆਫ ਦੀ ਪ੍ਰੋਗਰਾਮ, ਸੋ ਤੁਸੀਂ ਆਪਦੀ ਮਾਂ ਬੋਲੀ ਦੇ ਨਾਲ ਜੁੜੇ ਰਹਿੰਦੇ ਹੋ। 2 ਸਾਲ ਬਾਅਦ ਕੋਈ ਜੌਬ ਕਰਨ ਦੀ ਲੋੜ ਪੈ ਰਹੀ ਹੈ ਜਾਂ ਕਿਤੇ ਕੋਈ ਜੌਬ ਓਪਰਚੁਨਿਟੀ ਆ ਗਈ ਹੈ ਤਾਂ ਜੌਬ ਕਰਕੇ ਫਿਰ ਬਾਅਦ 'ਚ ਵਾਪਸ ਜਦੋਂ ਉਹਨੂੰ ਲੋੜ ਲੱਗੇ ਤਾਂ ਉਹ ਫਿਰ ਤੋਂ ਆਪਦੇ ਕੋਰਸ ਨੂੰ ਉੱਥੋਂ ਕੰਟੀਨਿਊ ਕਰ ਸਕਦਾ ਹੈ। ਪਲੱਸ ਜੇ ਕੋਈ ਬੱਚਾ ਫੋਰਨ ਚਲੇ ਜਾਂਦਾ ਹੈ ਜਾਂ ਜਾਣਾ ਪੈਂਦਾ ਤਾਂ ਉਹਨੇ ਜਿੰਨੀ ਦੇਰ ਦਾ ਕੋਰਸ ਕੀਤਾ ਹੈ ਉਸ ਕੋਰਸ ਦਾ ਉਹਨੂੰ ਉਹਨੇ ਦੀ ਸਰਟੀਫਿਕੇਸ਼ਨ ਮਿਲ ਜਾਂਦੀ, ਸੇ ਸਰਟੀਫਿਕੇਟ। ਫੋਰਨ ਯੂਨੀਵਰਸਿਟੀ 'ਚ ਪੜ੍ਹਾਈ ਕਲਾਸਾਂ 'ਚ ਨਹੀਂ ਹੁੰਦੀ, ਇਕੱਠੇ ਟੀਮ ਵਰਕ 'ਚ ਹੁੰਦੀ ਹੈ, ਪ੍ਰੋਜੈਕਟਸ ਕਰਕੇ ਹੁੰਦੀ ਹੈ। ਤਾਂ ਉਹ ਬੇਸਿਕਲੀ ਉਹ ਕਨਸੈਪਟ ਵੀ ਆਪਣੇ ਹੁਣ ਆਉਣ ਲੱਗ ਗਿਆ। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਸਿੱਖਿਆ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੁੰਦਾ। ਕੋਈ ਵੀ ਜਦੋਂ ਬੱਚਾ ਸਕੂਲਿੰਗ ਪਾਸ ਕਰਕੇ ਕਾਲਜ ਵੱਲ ਜਾਂ ਹੋਰ ਉਸ ਤੋਂ ਉੱਪਰ ਹਾਇਰ ਸਟੱਡੀ ਵੱਲ ਜਾਣਾ ਚਾਹੁੰਦਾ ਤਾਂ ਉਹਨੂੰ ਇਹ ਲੱਗਦਾ ਕਿ ਮੈਂ ਕਿੱਦਾਂ ਦੀ ਸਟੱਡੀ ਕਰਾਂ ਜਾਂ ਸਾਡੀ ਸਰਕਾਰੀ ਪਾਲਿਸੀਆਂ ਕਿੱਦਾਂ ਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਮੇਰਾ ਫਿਊਚਰ ਹੈ ਉਹ ਭਾਵੇਂ ਆਪਣੇ ਦੇਸ਼ 'ਚ ਭਾਵੇਂ ਬਾਹਰਲੇ ਮੁਲਕ 'ਚ ਜਾ ਕੇ ਸਿਕਿਉਰ ਹੋ ਸਕੇ। ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਜਿਹੜਾ ਹੈਗੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ। ਉਸ ਦੇ ਲਾਗੂ ਹੋਣ ਤੋਂ ਬਾਅਦ ਪਹਿਲਾ ਸੈਸ਼ਨ ਜਿਹੜਾ ਕਹਿ ਲਓ ਆਪਣੇ ਪੂਰੇ ਦੇਸ਼ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਸੋ ਇਹ ਕਿੱਦਾਂ ਦੀ ਹੈਗੀ ਹੈ ਨਵੀਂ ਸਿੱਖਿਆ ਨੀਤੀ, ਕਿੰਨੀ ਕੁ ਫਾਇਦਾਮੰਦ ਹੈ ਵਿਦਿਆਰਥੀਆਂ ਲਈ ਤੇ ਜਿਹੜੇ ਐਜੂਕੇਸ਼ਨਿਸਟ ਹੈਗੇ ਨੇ ਉਹ ਇਸ ਨੂੰ ਕਿੱਦਾਂ ਦੇਖਦੇ ਨੇ, ਇਸ ਵਿਸ਼ੇ ਤੇ ਸਾਡੇ ਨਾਲ ਗੱਲ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਫਤਿਹਗੜ੍ਹ ਸਾਹਿਬ ਦੇ ਪ੍ਰੈਜ਼ੀਡੈਂਟ ਡਾਕਟਰ ਸੰਦੀਪ ਸਿੰਘ ਸਾਡੇ ਨਾਲ ਮੌਜੂਦ ਨੇ। ਸੋ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਪਹਿਲਾ ਸਵਾਲ ਇਹੀ ਕਰਨਾ ਚਾਹਾਂਗੇ, ਜਿਹੜੀ ਇਹ ਆਈ ਹੈ ਪਾਲਿਸੀ, ਕੀ ਇਹਦੇ 'ਚ ਨਵਾਂ ਦਿੱਤਾ ਗਿਆ ਸਰਕਾਰ ਵੱਲੋਂ ਯੂਨੀਵਰਸਿਟੀਆਂ ਨੂੰ, ਵਿਦਿਆਰਥੀਆਂ ਨੂੰ? ਜੀ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਜੀ ਇਸ ਸਕਿੱਲ ਬੇਸਡ ਤੇ ਮਲਟੀਪਲ ਡਿਵੈਲਪਮੈਂਟ ਆਫ ਦੀ ਚਾਈਲਡ ਦੇ ਉੱਤੇ ਫੋਕਸ ਕੀਤਾ ਗਿਆ। ਸਿਰਫ ਅਕੈਡਮਿਕਸ ਦੇ ਨਾਲ ਸੋਸ਼ਲ ਵਰਕ ਜਾਂ ਸਕਿਲਿੰਗ ਜਾਂ ਪ੍ਰੋਫੈਸ਼ਨਲ ਓਵਰਆਲ ਡਿਵੈਲਪਮੈਂਟ ਤੇ ਫੋਕਸ ਬਹੁਤ ਜ਼ਿਆਦਾ ਕੀਤਾ ਗਿਆ। ਲੋਕਲ ਲੈਂਗੁਏਜ ਨਾਲ ਬਹੁਤ ਜ਼ਿਆਦਾ ਲਿੰਕ ਕੀਤਾ ਗਿਆ ਜੀ। ਲੋਕਲ ਲੈਂਗੁਏਜ ਇਜ਼ ਮੈਂਡੇਟਰੀ ਪਾਰਟ ਆਫ ਦੀ ਪ੍ਰੋਗਰਾਮ, ਸੋ ਤੁਸੀਂ ਆਪਦੀ ਮਾਂ ਬੋਲੀ ਦੇ ਨਾਲ ਜੁੜੇ ਰਹਿੰਦੇ ਹੋ, ਕਿਉਂਕਿ ਪਹਿਲਾਂ ਉਹ ਦੂਰ ਹੁੰਦਾ ਜਾ ਰਿਹਾ ਸੀ ਤਾਂ ਕਨੈਕਟ ਵੱਧ ਗਿਆ ਹੈ। ਪਲੱਸ ਮਲਟੀਪਲ ਐਂਟਰੀ ਐਗਜ਼ਿਟ ਦੀ ਆਪਸ਼ਨ ਆ ਗਈ ਤਾਂ ਕਿ ਜੇ ਕੋਈ ਬੱਚਾ ਪੜ੍ਹਾਈ ਕਰ ਰਿਹਾ ਤੇ ਉਹਨੂੰ ਲੱਗਦਾ ਕਿ ਜੀ ਹੁਣ ਮੈਨੂੰ 2 ਸਾਲ ਬਾਅਦ ਕੋਈ ਜੌਬ ਕਰਨ ਦੀ ਲੋੜ ਪੈ ਰਹੀ ਹੈ ਜਾਂ ਕਿਤੇ ਕੋਈ ਜੌਬ ਓਪਰਚੁਨਿਟੀ ਆ ਗਈ ਤਾਂ ਜੌਬ ਕਰਕੇ ਫਿਰ ਬਾਅਦ 'ਚ ਵਾਪਸ ਜਦੋਂ ਉਹਨੂੰ ਲੋੜ ਲੱਗੇ ਤਾਂ ਉਹ ਫਿਰ ਤੋਂ ਆਪਦੇ ਕੋਰਸ ਨੂੰ ਉੱਥੋਂ ਕੰਟੀਨਿਊ ਕਰ ਸਕਦਾ। ਇਟ ਇਜ਼ ਲਾਈਕ the credits are recorded, it is the academic bank of credit ਦੇ ਥਰੂ ਹੋ ਜਾਂਦੇ ਆ ਤਾਂ all the credits can be utilized at a later stage and plus ਤੁਸੀਂ ਉਹਦੇ ਨਾਲ ਆਪਦੇ ਜੇ ਮੰਨ ਲਓ 1 ਸਾਲ ਇੱਥੇ ਕਰਨ ਤੋਂ ਬਾਅਦ ਇੱਕ ਤੁਹਾਡੇ ਮੰਨ ਲਓ ਪੇਰੈਂਟਸ ਦੀ ਟ੍ਰਾਂਸਫਰ ਹੋ ਗਈ ਤਾਂ ਤੁਸੀਂ ਨਾਲ ਸਟੂਡੈਂਟ ਕੈਨ ਯੂਜ਼ ਦੋਜ਼ ਕ੍ਰੈਡਿਟਸ ਤੇ ਤੁਸੀਂ ਉਹ ਦੂਜੇ ਯੂਨੀਵਰਸਿਟੀ ਕਾਲਜ ਜਾ ਕੇ ਪੜ੍ਹਾਈ ਵੀ ਕਰ ਸਕਦੇ ਹੋ। ਸੋ ਬੱਚਿਆਂ ਲਈ ਨੌਲੇਜ ਲਈ ਬਹੁਤ ਵਧੀਆ ਇੱਕ ਸਟਰੋਂਗ ਕਨਵੀਨੀਅੰਸ ਚੀਜ਼ ਆ ਗਈ ਹੈ ਕਿ ਆਪਦੀ ਨੌਲੇਜ ਵੀ ਗੇਨ ਕਰ ਲਓ ਤੇ ਫਲੈਕਸੀਬਿਲਿਟੀ ਆ ਗਈ ਕਿ ਤੁਸੀਂ ਆਪਦੀ ਨੀਡ ਦੇ ਆਪਦੀ ਜ਼ਰੂਰਤ ਦੇ ਹਿਸਾਬ ਤੇ ਐਂਟਰੀ ਐਗਜ਼ਿਟ ਕਰ ਸਕੋ। ਸੋ ਡਾਕਟਰ ਸਾਹਿਬ, ਮਾਈਗ੍ਰੇਸ਼ਨ ਬੜਾ ਵੱਡਾ ਇਸ਼ੂ ਹੈਗਾ ਸਾਡੇ ਇੱਥੇ, ਖਾਸ ਕਰ ਕਈ ਹੁੰਦੇ ਆ ਫਰਜ਼ ਕਰੋ ਕੋਈ ਪੰਜਾਬ ਦਾ ਬੱਚਾ ਹੈ, ਪੰਜਾਬ 'ਚ ਪੜ੍ਹ ਰਿਹਾ ਸੀ, ਉਹਨੂੰ ਲੱਗਦਾ ਮੈਨੂੰ ਬੈਂਗਲੌਰ ਵਧੀਆ ਨੌਕਰੀ ਮਿਲ ਗਈ ਤੇ ਪੜ੍ਹਾਈ ਛੱਡ ਕੇ ਮੈਂ ਬੈਂਗਲੌਰ ਲੰਘ ਜਾਂਗਾ, ਜਾਂ ਉਹ ਜ਼ਿਆਦਾਤਰ ਫੋਕਸ ਰੱਖਦਾ ਕਿ ਆਪਾਂ 7 ਸਮੁੰਦਰ ਪਾਰ ਹੀ ਲੰਘ ਜਾਈਏ, ਵਿਦੇਸ਼ਾਂ 'ਚ ਚੱਲ ਜਾਈਏ, ਉੱਥੇ ਜਾ ਕੇ ਮੈਂ ਕਨੈਕਟਡ ਕੋਈ ਪ੍ਰੋਗਰਾਮ ਜੁਆਇਨ ਕਰ ਲਾਂਗਾ। ਸੋ ਇਹ ਇਸ਼ੂ ਜਿਹੜਾ ਸੋਲਵ ਹੋਇਆ ਮਾਈਗ੍ਰੇਸ਼ਨ ਵਾਲਾ ਸਟੂਡੈਂਟਸ ਲਈ? ਹਾਂਜੀ, ਬਿਕੋਜ਼ ਜਦੋਂ ਤੁਸੀਂ ਆਪਦਾ ਕ੍ਰੈਡਿਟ ਕਰਦੇ ਹੋ, ਸੇ ਤੁਸੀਂ 2 ਸਾਲ ਦਾ ਪ੍ਰੋਗਰਾਮ ਕੀਤਾ ਤਾਂ ਤੀਜੇ ਸਾਲ ਤੇ ਤੁਸੀਂ ਮੰਨ ਲਓ ਤੁਹਾਨੂੰ ਸ਼ਿਫਟ ਹੋਣਾ ਪਿਆ ਕਿਸੇ ਕਾਰਨ, ਤਾਂ ਮੰਨ ਲਓ ਇੰਡੀਆ ਦੇ ਵਿੱਚ ਤਾਂ ਅਕੈਡਮਿਕ ਬੈਂਕ ਆਫ ਕ੍ਰੈਡਿਟ ਦੇ ਥਰੂ ਨਾਲ ਦੀ ਨਾਲ ਉਹਦੇ ਅਗੇਂਸਟ ਮਾਈਗ੍ਰੇਸ਼ਨ ਦੀ ਲੋੜ ਨਹੀਂ ਰਹੂਗੀ, ਉਹ ਕ੍ਰੈਡਿਟ ਵਿਲ ਬੀ ਐਕਸੈਪਟੇਬਲ, ਉਹ ਐਕਸੈਪਟੇਬਿਲਿਟੀ ਵਿਲ ਬੀ ਦੇਅਰ। ਪਲੱਸ ਜੇ ਕੋਈ ਬੱਚਾ ਫੋਰਨ ਚਲੇ ਜਾਂਦਾ ਹੈ ਜਾਂ ਜਾਣਾ ਪੈਂਦਾ ਤਾਂ ਉਹਨੇ ਜਿੰਨੀ ਦੇਰ ਦਾ ਕੋਰਸ ਕੀਤਾ ਹੈ ਉਸ ਕੋਰਸ ਦਾ ਉਹਨੂੰ ਉਹਨੇ ਦੀ ਸਰਟੀਫਿਕੇਸ਼ਨ ਮਿਲ ਜਾਂਦੀ, ਸੇ ਸਰਟੀਫਿਕੇਟ ਔਰ ਡਿਪਲੋਮਾ ਔਰ ਐਡਵਾਂਸ ਡਿਪਲੋਮਾ ਔਰ ਡਿਗਰੀ। ਸੋ ਉਹ ਸੈਗਮੈਂਟੇਸ਼ਨ ਗਵਰਨਮੈਂਟ ਨੇ ਡਿਫਾਈਨ ਕੀਤੀ ਹੋਈ ਤੇ ਉਸ ਤਰੀਕੇ ਨਾਲ ਬੱਚੇ ਦੀ ਉਹ ਟਾਈਮ ਵਿਅਰਥ ਨਹੀਂ ਜਾਂਦਾ। ਅੱਛਾ ਜੀ। ਤੇ ਫਿਰ ਉਹ ਤੁਸੀਂ ਕਦੀ ਕੰਟੀਨਿਊ ਕਰਨਾ ਹੈ, ਮੰਨ ਲਓ ਕੋਈ ਸਰਟਨ ਕੰਟਰੀਜ਼ ਦੇ ਵਿੱਚ
ਹੈਲਥ ਕੇਅਰ ਦੀ ਬਹੁਤ ਡਿਮਾਂਡ ਹੈ। ਨਾਮ ਕੁਝ ਕੰਟਰੀਆਂ ਕੇ ਮੰਨ ਲਓ ਕੈਨੇਡਾ, ਅਮਰੀਕਾ, ਜਿੱਥੇ ਜਿੱਥੇ ਬਹੁਤ ਜ਼ਿਆਦਾ ਲੋਕਾਂ ਨੂੰ ਕਰੇਜ਼ ਹੁੰਦਾ, ਤਾਂ ਉਹ ਜਿੱਥੇ ਡਾਕਟਰ ਬਣਨ ਦਾ ਯੂਕਰੇਨ ਜਾਂਦੇ ਆ ਸਾਰੇ। ਹੁਣ ਚਲੋ ਥੋੜਾ ਬਦਲ ਗਿਆ, ਹਾਂਜੀ। ਤਾਂ ਜਿੱਥੇ ਜਿੱਥੇ ਦੀ ਉਹਨਾਂ ਨੂੰ ਸਕਿੱਲ ਸੈੱਟ ਦੀ ਰਿਕੁਆਇਰਮੈਂਟ ਹੈ, ਉੱਥੇ ਉਹਨਾਂ ਨੂੰ ਉਹਦੀ ਲੋੜ ਵੀ ਹੈ, ਤਾਂ ਸਿੱਧਾ ਉੱਥੇ ਜਾ ਕੇ ਫਿਰ ਆਪਦੇ 20 ਘੰਟੇ ਜਿਹੜੇ ਉੱਥੇ ਉਹਨਾਂ ਨੂੰ ਨਾਲ ਜੌਬ ਕਰਨ ਨੂੰ ਮਿਲਦੇ ਆ। ਜੇ ਉੱਥੇ ਉਹਨਾਂ ਨੇ ਕੋਈ ਸਰਟੀਫਿਕੇਸ਼ਨ ਕੀਤੀ ਹੋਈ ਹੈ, ਡਿਪਲੋਮਾ ਕੀਤਾ ਹੋਇਆ, ਤੇ ਫਿਰ ਉੱਥੇ ਪੜ੍ਹਾਈ ਵੀ ਉੱਦਾਂ ਦੀ ਕਰਦੇ ਆ ਜਿਹਦੀ ਰਿਕੁਆਇਰਮੈਂਟ ਹੈ, ਤਾਂ ਉਹ 2 ਪੈਸੇ ਵੱਧ ਕਮਾ ਸਕਦੇ ਆ, ਪਲੱਸ ਉਹਨਾਂ ਦੀ ਕਰੀਅਰ ਗਰੋਥ ਬੈਟਰ ਹੋ ਜਾਂਦੀ ਹੈ। ਮੋਰ ਦੈਨ ਦੈਟ, ਬੱਚਾ ਨੂੰ ਇਹ ਪਤਾ ਕਿ ਜੇ ਮੈਂ ਇਸ ਪਰਪਸ ਲਈ ਜਾ ਰਿਹਾ ਤਾਂ ਉਹਦਾ ਐਡਵਾਂਟੇਜ ਵੀਜ਼ਾ ਲੱਗਣ ਦੀ ਪੋਸਿਬਿਲਿਟੀ ਵੱਧ ਜਾਂਦੀ ਹੈ, ਬਿਕੋਜ਼ ਤੁਹਾਨੂੰ ਪਤਾ ਤੁਸੀਂ ਫੋਕਸਡ ਹੋ। ਐਂਡ ਅਲਟੀਮੇਟਲੀ ਇਵਨ ਇਮੀਗ੍ਰੇਸ਼ਨ ਏਜੰਸੀਜ਼ ਕਹਿੰਦੀਆਂ ਕਿ ਬੱਚਾ ਕੁਝ ਸਾਡੀ ਸਕਿੱਲ ਜਿਹੜੀ ਉਹਨਾਂ ਦੀ ਕੰਟਰੀ 'ਚ ਸਕਿੱਲ ਦੀ ਕਮੀ ਹੈ, ਉਹ ਸਕਿੱਲ ਪੂਰੀ ਕਰਨਾ ਚਾਹੁੰਦੇ ਆ, ਤੇ ਜੇ ਬੱਚਾ ਉਹੀ ਕਰ ਰਿਹਾ ਤਾਂ ਦੈਟ ਮੀਨਸ ਉਹ ਸੀਰੀਅਸ ਬੱਚਾ ਹੈ। ਤਾਂ ਉਹਦੇ ਨਾਲ ਬੱਚੇ ਦੀ ਓਵਰਆਲ ਜਾਣ ਦੀ ਪੋਸਿਬਿਲਿਟੀ ਵੱਧ ਜਾਂਦੀ ਹੈ, ਪਲੱਸ ਉਹਨਾਂ ਦੀ ਕਲੈਰਿਟੀ ਵੀ ਆ ਜਾਂਦੀ ਕਿ ਫੋਕਸਡ ਬੱਚਾ ਹੈ, ਤੇ ਉਹ ਓਵਰਆਲ ਬੈਨੀਫਿਟ ਜ਼ਿਆਦਾ ਹੋ ਰਿਹਾ। ਸੋ ਇਹਦੇ 'ਚ ਆਪਾਂ ਦੇਖੀਏ, ਮਤਲਬ ਹੁਣ ਮੈਂ ਕੁਝ ਗੱਲ ਕਰਾਂ ਜੇ ਨਵੇਂ ਕੋਰਸਾਂ ਦੀ, ਸਾਡੇ ਇੱਥੇ ਬੱਚਾ 10ਵੀਂ ਪੜ੍ਹ ਰਿਹਾ ਹੁੰਦਾ ਜਾਂ 12ਵੀਂ ਪੜ੍ਹ ਰਿਹਾ ਹੁੰਦਾ, ਭਾਵੇਂ ਹਿਊਮੈਨਿਟੀਜ਼ ਪੜ੍ਹੇ, ਭਾਵੇਂ ਆਰਟ, ਆਪਣਾ ਮੈਡੀਕਲ ਨਾਨ ਮੈਡੀਕਲ ਕਰੇ, ਉਸ ਤੋਂ ਬਾਅਦ ਉਹ ਬਾਹਰਲੇ ਮੁਲਕਾਂ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਕਿ ਯਾਰ ਮੈਂ ਉੱਥੇ ਜਾ ਕੇ ਕੋਈ ਕੋਰਸ ਕਰ ਲਾਂ, ਹੋਟਲ ਮੈਨੇਜਮੈਂਟ ਕਰ ਲਾਂ, ਨਰਸਿੰਗ ਕਰ ਲਾਂ, ਕੁਝ ਵੀ ਕਰ ਲਾਂ ਮੈਂ ਜਾ ਕੇ। ਸੋ ਉੱਦਾਂ ਦੇ ਕੁਝ ਨਵੇਂ ਕੋਰਸ ਲਾਂਚ ਹੋਏ ਨੇ ਸਾਡੇ ਇੰਡੀਆ ਦੇ ਵਿੱਚ ਕਿ ਬੱਚੇ ਨੂੰ ਲੱਗੇ ਨਹੀਂ ਯਾਰ ਮੈਂ ਬਾਹਰ ਨਹੀਂ ਜਾਣਾ, ਮੈਂ ਇੱਥੇ ਹਾਇਰ ਸਟੱਡੀ ਕਰਕੇ ਆਪਣਾ ਇੱਥੇ ਸੈੱਟ ਹੋ ਸਕਦਾ, ਮਤਲਬ ਭਾਵ ਅਸੀਂ ਉਹਨਾਂ ਨੂੰ ਕੰਪੀਟੀਟ ਕਰਨ ਵੱਲ ਤੁਰ ਰਹੇ ਹਾਂ। ਹਾਂਜੀ, ਜਿਹੜਾ ਆਪਣਾ ਡਿਫਰੈਂਟ ਪ੍ਰੋਗਰਾਮਸ ਆ ਉਹ ਹੁਣ ਮੋਰ ਪ੍ਰੈਕਟੀਕਲ ਬੇਸ ਹੋ ਗਏ ਆ, ਤਾਂ ਜਿੱਦਾਂ ਜਿੱਦਾਂ ਉਹ ਪ੍ਰੈਕਟੀਕਲ ਦੀ ਤੇ ਇੰਟਰਨਸ਼ਿਪ ਇੰਬੈਡਡ ਉਹ ਸਾਰੀਆਂ ਚੀਜ਼ਾਂ ਇੰਟੀਗ੍ਰੇਟ ਹੋ ਰਹੀਆਂ, ਆਪਾਂ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਨਾਲ ਆਟੋਮੈਟਿਕਲੀ ਪ੍ਰੈਕਟੀਕਲੀ ਕੰਪੀਟ ਕਰਨ ਲੱਗ ਜਾਂਗੇ, ਤੇ ਕਰਨ ਲੱਗ ਗਏ ਹੈ ਹੌਲੀ ਹੌਲੀ, ਕਿਉਂਕਿ ਉਹ ਕਰਿਕੂਲਮ ਉੱਦਾਂ ਦਾ ਬਣ ਗਿਆ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਜੀ ਉੱਥੇ ਤੁਸੀਂ ਇੱਕ ਐਗਜ਼ਾਮਪਲ ਕਿਹਾ ਜਾਂਦਾ ਕਿ ਜੀ ਫੋਰਨ ਯੂਨੀਵਰਸਿਟੀਜ਼ 'ਚ ਪੜ੍ਹਾਈ ਕਲਾਸਾਂ 'ਚ ਨਹੀਂ ਹੁੰਦੀ, ਇਕੱਠੇ ਟੀਮ ਵਰਕ 'ਚ ਹੁੰਦੀ ਹੈ, ਪ੍ਰੋਜੈਕਟਸ ਕਰਕੇ ਹੁੰਦੀ ਹੈ। ਤਾਂ ਉਹ ਬੇਸਿਕਲੀ ਉਹ ਕਨਸੈਪਟ ਵੀ ਆਪਣੇ ਹੁਣ ਆਉਣ ਲੱਗ ਗਿਆ। ਉਹ ਪਾਰਟ ਐਂਡ ਪਾਰਸਲ ਆਫ ਨਿਊ ਐਜੂਕੇਸ਼ਨ ਪਾਲਿਸੀ ਕਿ ਤੁਸੀਂ ਕਿਸੇ ਬੱਚੇ ਨੂੰ ਇੰਡਸਟਰੀ ਦੇ ਵਿੱਚ ਕਿਤੇ ਤੁਸੀਂ ਇੰਟਰਨਸ਼ਿਪ ਕਰਨ ਗਿਆ ਤਾਂ ਜਿਹੜਾ ਤੁਸੀਂ ਸਿੱਖਿਆ ਉਹਦੇ ਕ੍ਰੈਡਿਟਸ ਤੁਹਾਨੂੰ ਮਿਲਣਗੇ। ਸੋ ਆਟੋਮੈਟਿਕਲੀ ਆਪਾਂ ਹੌਲੀ ਹੌਲੀ ਆਪਦੇ ਆਪ ਨੂੰ ਕੰਪੀਟ ਕਰਨ ਲੱਗ ਜਾਾਂਗੇ। ਤੇ ਮੈਨੂੰ ਲੱਗਦਾ ਜਦੋਂ ਸਾਰੀ ਯੂਨੀਵਰਸਿਟੀਜ਼ ਇਸ ਨੂੰ ਇੰਪਲੀਮੈਂਟ ਕਰ ਲਾਂਗੇ, ਦੇਸ਼ਭਰ ਯੂਨੀਵਰਸਿਟੀ ਨੇ ਤਾਂ ਇੰਪਲੀਮੈਂਟ ਕਰਤਾ ਇਸ ਸੈਸ਼ਨ ਤੋਂ, ਅਸੀਂ ਆਪਦੇ ਗਵਰਨਿੰਗ ਬੋਡੀ 'ਚ ਅਪਰੂਵ ਕਰ ਲਿਆ ਕਿ ਜੀ ਇਸ ਸਾਲ ਤੋਂ ਇੰਪਲੀਮੈਂਟ ਕਰਤਾ, ਤੇ ਐਵਰੀਵੇਅਰ ਰੈਡੀ ਵਿਦ ਦੈਟ। ਹੋਰ ਵੀ ਯੂਨੀਵਰਸਿਟੀ ਜਿੱਦਾਂ ਟਾਈਮ ਨਾਲ ਇੰਪਲੀਮੈਂਟ ਕਰਨਗੀਆਂ ਤਾਂ ਆਟੋਮੈਟਿਕਲੀ ਆਪਣੇ ਦੇਸ਼ ਦੀ ਨੌਲੇਜ ਐਜੂਕੇਸ਼ਨ ਸਿਸਟਮ ਇੰਟਰਨੈਸ਼ਨਲ ਯੂਨੀਵਰਸਿਟੀਜ਼ ਤੇ ਕਾਲਜਾਂ ਨਾਲ ਕੰਪੀਟ ਕਰਨ ਜੋਗਾ ਹੋ ਜਾਊਗਾ। ਸੋ ਡਾਕਟਰ ਸਾਹਿਬ ਇੱਕ ਲਾਸਟ ਸਵਾਲ ਤੁਹਾਡੇ ਨਾਲ ਕਰਨਾ ਚਾਹਾਂਗੇ, ਕੁਝ ਬੱਚਿਆਂ ਨੂੰ ਤੁਸੀਂ ਕੋਰਸ ਸੁਝਾਓ ਜਿਹੜੇ ਕਿ ਉਹਨਾਂ ਲਈ ਮੱਚ ਬੈਟਰ ਹੋਣ, ਫਿਊਚਰ ਨਾਲ ਸਿਕਿਉਰ ਹੋਵੇ, ਜਿਹੜੇ ਤੁਸੀਂ ਪ੍ਰੋਵਾਈਡ ਕਰਾ ਰਹੇ ਹੋ। ਸਾਡੇ ਪ੍ਰੋਗਰਾਮਸ ਡਿਫਰੈਂਟ ਮਲਟੀਪਲ ਸਟਰੀਮਸ ਦੇ ਵਿੱਚ 200 ਪ੍ਰੋਗਰਾਮਾਂ ਜ਼ਿਕਰ ਕੀਤਾ ਗਿਆ, ਤੁਸੀਂ ਕਰਾ ਰਹੇ ਹੋ ਕੁਝ ਮੇਨ ਜਿਹੜੇ ਕੋਈ ਟੌਪ 5 ਟੌਪ 10 ਸਾਡੇ, ਜਿਵੇਂ ਪ੍ਰੋਗਰਾਮ ਮੈਨੇਜਮੈਂਟ ਦੇ ਵਿੱਚ, ਇੰਜੀਨੀਅਰਿੰਗ ਦੇ ਵਿੱਚ, ਆਯੁਰਵੇਦਾ ਦੇ ਵਿੱਚ, ਨਰਸਿੰਗ ਦੇ ਵਿੱਚ, ਫਾਰਮੇਸੀ ਦੇ ਵਿੱਚ, ਵੀ ਹੈਵ ਪ੍ਰੋਗਰਾਮਸ ਇਨ ਐਜੂਕੇਸ਼ਨ ਆਲਸੋ, ਵੀ ਹੈਵ ਪ੍ਰੋਗਰਾਮਸ ਇਨ ਲਾਅ ਆਲਸੋ। ਸੋ ਵੀ ਮਤਲਬ ਇਨ ਸਿੰਪਲ ਟਰਮਸ ਵੀ ਵੁੱਡ ਸੇ all streams that are available, ਦੇਸ਼ ਭਗਤ ਯੂਨੀਵਰਸਿਟੀ ਦੇ ਕੋਲੇ ਉਹ ਸਾਰੇ ਕੋਰਸਿਸ ਅਵੇਲੇਬਲ ਨੇ ਡਿਫਰੈਂਟ ਸਟਰੀਮਸ ਦੇ ਵਿੱਚ, ਐਂਡ ਉਹ ਸਾਰਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਨਿਊ ਐਜੂਕੇਸ਼ਨ ਪਾਲਿਸੀ ਦੀ ਇੰਪਲੀਮੈਂਟੇਸ਼ਨ ਹੁਣ ਆਪਣੀ ਬਣਦੀ ਹੈਗੀ, ਉਹ ਸਾਰੀ ਇੰਪਲੀਮੈਂਟੇਸ਼ਨ ਹੋ ਗਈ ਹੈ ਇਸ ਸੈਸ਼ਨ ਤੋਂ। ਸੋ ਡਾਕਟਰ ਸੰਦੀਪ ਸਿੰਘੜਾ ਨੇ ਸਾਨੂੰ ਦੱਸਿਆ ਹੈਗਾ ਕਿ ਕਿੱਦਾਂ ਮਤਲਬ 200 ਤੋਂ ਵੱਧ ਕੋਰਸ, ਜੇ ਆਪਾਂ ਗੱਲ ਕਰੀਏ ਨਵੀਂ ਜਿਹੜੀ ਸਿੱਖਿਆ ਨੀਤੀ ਆਈ ਹੈ ਉਸ ਤੋਂ ਬਾਅਦ ਜਿਹੜੇ ਕਿ ਆ ਚੁੱਕੇ ਨੇ ਵਿਦਿਆਰਥੀਆਂ ਲਈ, ਤੇ ਆਪਾਂ ਟੌਪ 10 ਦੀ ਗੱਲ ਕਰ ਲਈਏ, ਟੌਪ 5 ਦੀ ਗੱਲ ਕਰ ਲਈਏ, ਤਾਂ ਉਹ ਖਾਸ ਕਰ ਜਿਵੇਂ ਲਾਅ ਦੀ ਗੱਲ ਕੀਤੀ ਗਈ ਹੈ ਜਾਂ ਹੈਲਥ ਸੈਕਟਰ ਦੀ ਗੱਲ ਕਰ ਲਓ, ਜਿਹੜੀ ਹੈਗੀ ਹੌਸਪਿਟੈਲਿਟੀ ਦੀ ਗੱਲ ਕਰ ਲਓ, ਇਹਨਾਂ ਸੈਕਟਰਾਂ ਦੇ ਵਿੱਚ ਜਿਹੜਾ ਹੈਗਾ ਨੌਜਵਾਨਾਂ ਦਾ ਜਿਹੜਾ ਇੱਕ ਆਪਾਂ ਕਹੀਏ ਭਵਿੱਖ ਵੀ ਸਿਕਿਉਰ ਹੈਗਾ, ਸੁਰੱਖਿਅਤ ਹੈਗਾ, ਤੇ ਤਰਜੀਹ ਵੀ ਜਿਹੜੀ ਹੈਗੀ ਹੈ ਵਿਦਿਆਰਥੀ ਇਹਨਾਂ ਨੂੰ ਦੇ ਰਹੇ ਨੇ। ਮਾਈਗ੍ਰੇਸ਼ਨ ਦਾ ਜਿਹੜਾ ਮੁੱਦਾ ਹੁੰਦਾ ਸੀਗਾ, ਭਾਵ ਤੁਸੀਂ ਇੱਥੇ ਪੜ੍ਹੇ ਹੋ, ਮੁੜ ਕੇ ਤੁਸੀਂ ਕਹੋ ਮੇਰਾ BA ਫਸਟ ਈਅਰ ਇੱਥੇ ਹੋਇਆ ਸੀ, ਮੈਂ ਬੈਂਗਲੌਰ ਜਾ ਕੇ ਸੈਕੰਡ ਈਅਰ ਕਰਨਾ, ਉਹ ਹੁੰਦਾ ਸੀ ਕਿ ਨਹੀਂ ਨਵੇਂ ਸਿਰ ਤੋਂ ਕਰਨਾ ਪਏਗਾ। ਉਹ ਚੀਜ਼ ਦਾ ਵੀ ਜਿਹੜਾ ਪਾੜਾ ਸੀਗਾ, ਡਿਸਟੈਂਸ ਸੀਗਾ, ਡਿਫਰੈਂਸ ਸੀਗਾ, ਉਹਨੂੰ ਵੀ ਖਤਮ ਕੀਤਾ ਗਿਆ। ਸੋ ਕਿੰਨੀ ਕੁ ਲਾਹੇਵੰਦ ਰਹਿੰਦੀ ਹੈ ਨਰਿੰਦਰ ਮੋਦੀ ਦੀ ਇਹ ਪਾਲਿਸੀ, ਸਾਲ ਬਾਅਦ ਜਾ ਕੇ ਆਪਾਂ ਦੇਖਾਂਗੇ ਕਿ ਨਤੀਜੇ ਦੇ ਕਿੱਦਾਂ ਦੇ ਸਾਹਮਣੇ ਆ ਰਹੇ ਨੇ। ਵਿਜੇ ਸਚਿਨ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।